वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। सोरठ महला पंजवा। राजन में राजा उरझायो, मानन में अभिमानी। लोभन में लोभी लोभायो, त्यों हर रंग रचे ज्ञानी। राजन में है राजा उरझायो, मानन में है अभिमानी। लोभन में लोभी लोभायो, त्यों हर रंग रचे ज्ञानी। हर जन को यही सुहावे, पेख निकट कर सेवा सतगुर। हर कीर्तन ही तृप्तावे, रहाव। अमनन स्यों अमलील पटायो, भूमन भूम प्यारी। खीर संग बारक है लीना, प्रभ संत ऐसे हितकारी। विद्या में है विद्यांसी रचया, नैन देख सुख पावे। जैसे रसना साध लुभानी, त्यों हर जन हर गुण गावे। जैसी भूख तैसी का पूरक, सगल घटा का स्वामी। नानक प्यास लगी दर्शन की, प्रभ मिलया अंतरजामी। जैसी भूख तैसी का पूरक, सगल घटा का स्वामी। नानक प्यास लगी दर्शन की, प्रभ मिलया अंतरजामी। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ, आप जी वड्डे भागां वाले हो, जो कि आप जी ने अज दे ए पावन अमृतमयी बचन सतगुरु साहिब श्री गुरु रामदास जी दे दार सचखंड श्री दरबार साहिब अमृतसर तो ਅੰਮ੍ਰਿਤ ਵੇਲੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾਗਦੀ ਜੋਤ ਹਾਜ਼ਰਾ ਹਜੂਰ ਗੱਦੀ ਤੇ ਸੁਭਾਏਮਾਨ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਸਮੁੱਚੀ ਕਾਇਨਾਤ ਦੇ ਲਈ, ਸਮੁੱਚੀ ਮਾਨੁਖ ਜਾਤੀ ਦੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਇਹ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਸਨ। ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਵਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸਾਧ ਸੰਗਤ ਜੋ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 613 ਤੇ ਸੁਭਾਏਮਾਨ ਹਨ। ਆਓ ਸਾਧ ਸੰਗਤ ਜੀ ਆਪਾਂ ਸਾਰੇ ਹੀ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਸੁਰਤ ਨੂੰ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟਿਕਾਉਣ ਦਾ ਯਤਨ ਕਰੀਏ, ਤਾਂ ਕਿ ਗੁਰੂ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਨ, ਸਾਡੇ ਤੇ ਬਖਸ਼ਿਸ਼ ਕਰਨ, ਕਿ ਸਾਡੇ ਮਨਾਂ ਦੇ ਵਿੱਚ ਵੀ ਗੁਰਬਾਣੀ ਪ੍ਰਤੀ ਪਿਆਰ ਜਗੇ ਅਤੇ ਇਸ ਮਨ ਦੇ ਵਿੱਚ ਜਿਹੜੀ ਹਉਮੈ ਹੈ ਉਹ ਖਤਮ ਹੋ ਸਕੇ ਤੇ ਇਹ ਮਨ ਦੇ ਵਿੱਚ ਨਿਮਰਤਾ ਆ ਸਕੇ। ਇਹ ਤਾਈਓ ਹੋ ਸਕਦਾ ਹੈ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪਣੀ ਮਿਹਰ ਦੀ ਨਜ਼ਰ ਕਰਨ, ਸਾਡੇ ਤੇ ਮਿਹਰ ਬਖਸ਼ਿਸ਼ ਕਰਨ ਤੇ ਸਾਡਾ ਜਿਹੜਾ ਜੀਵਨ ਹੈ ਇਸ ਜੀਵਨ ਦੇ ਵਿੱਚ ਨਿਮਰਤਾ ਵੀ ਆ ਸਕੇ, ਨਾਮ ਬਾਣੀ ਨਾਲ ਪਿਆਰ ਵੀ ਬਣ ਸਕੇ। ਇਹ ਗੁਰੂ ਦੀ ਸਾਧ ਸੰਗਤ ਵਿੱਚੋਂ ਆ ਕੇ ਸਾਨੂੰ ਪ੍ਰਾਪਤੀ ਹੋਣੀ ਹੈ। ਜਦੋਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਬੈਠਾਂਗੇ, ਅੰਮ੍ਰਿਤਮਈ ਬਚਨਾਂ ਨੂੰ ਸਰਵਣ ਕਰਾਂਗੇ, ਕਿਉਂਕਿ ਸਾਧ ਸੰਗਤ ਜੋ ਗੁਰੂ ਘਰ ਇਸੇ ਕਰਕੇ ਥਾਂ ਥਾਂ ਬਣਾਏ ਗਏ ਹਨ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਕੁਝ ਨਵੇਂ ਤੋਂ ਨਵਾਂ ਗਿਆਨ ਸਿੱਖ ਸਕੀਏ। ਗੁਰੂ ਦੇ ਲਈ ਕਿਵੇਂ ਸਾਡੇ ਮਨ ਵਿੱਚ ਪਿਆਰ ਤੇ ਭਾਵਨਾ ਉਹ ਜਗੇ, ਇਹ ਵੀ ਗੁਰੂ ਅੰਮ੍ਰਿਤ ਬਾਣੀ ਸਾਨੂੰ ਸਿੱਧਾ ਮਾਰਗ ਦਿਖਾਉਂਦੀ ਹੈ। ਜਦੋਂ ਇਸ ਬਾਣੀ ਦੇ ਨਾਲ ਜੁੜਾਂਗੇ ਸਾਧ ਸੰਗਤ ਜੋ, ਉਦੋਂ ਸਾਡੀ ਅੰਦਰਲੀ ਸੁੱਤੀ ਹੋਈ ਆਤਮਾ ਨੂੰ ਇਹ ਬਾਣੀ ਜਗਾਉਣ ਦਾ ਕੰਮ ਕਰਦੀ ਹੈ। ਤੇ ਜਦੋਂ ਇਹ ਆਤਮਾ ਜਗ ਗਈ ਤੇ ਸਾਧ ਸੰਗਤ ਜੋ ਫਿਰ ਜਿਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਵਚਨ ਹਨ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਦੋਂ ਸਾਨੂੰ ਸਮਝ ਆਵੇਗੀ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਜੋੜਾਂਗੇ, ਇਸ ਸੁਰਤੀ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਾਂਗੇ। ਸੋ ਸਾਧ ਸੰਗਤ ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਤੇਰੇ ਪੁਰਬਲੇ ਕਰਮ ਸਨ ਜਿਨ੍ਹਾਂ ਕਰਕੇ ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਲੇਕਿਨ ਇੱਥੇ ਇਹ ਸਮਝਣ ਦੀ ਗੱਲ ਹੈ, ਠੀਕ ਹੈ ਸਾਡੇ ਇਸ ਤੋਂ ਪਹਿਲਾਂ ਪੁਰਬਲੇ ਕਰਮ ਚੰਗੇ ਸਨ ਤਾਂ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ, ਉਸ ਤੋਂ ਪਹਿਲਾਂ ਵੀ ਮੰਨ ਲੈਂਦੇ ਹਾਂ ਸਾਨੂੰ ਇਹ ਮਨੁੱਖਾ ਸਰੀਰ ਸਾਡੇ ਪੁਰਬਲੇ ਕਰਮਾਂ ਕਰਕੇ ਮਿਲਿਆ ਹੋਵੇਗਾ। ਲੇਕਿਨ ਸਾਧ ਸੰਗਤ ਜੋ ਇਸ ਦੀ ਸ਼ੁਰੂਆਤ ਤੇ ਕਿਤੋਂ ਹੋ ਰਹੀ ਹੋਵੇਗੀ, ਮਾਲਕ ਨੇ ਰਹਿਮਤ ਕੀਤੀ ਤਾਂ ਸਾਨੂੰ ਇਹ ਮਨੁੱਖਾ ਜਨਮ ਮਨੁੱਖਾ ਦੇਹੀ ਪ੍ਰਾਪਤ ਹੋਈ। ਇਸ ਕਰਕੇ ਕਿ ਅਸੀਂ ਇਸ ਦੇਹੀ ਦੇ ਵਿੱਚ ਆ ਕੇ, ਇਸ ਸੋਹਣੇ ਸੰਸਾਰ ਵਿੱਚ ਆ ਕੇ ਉਸ ਮਾਲਕ ਦੇ ਨਾਲ ਅਸੀਂ ਆਪਣਾ ਮਿਲਾਪ ਕਰ ਸਕੀਏ। ਇਹ ਜਿਹੜੀ ਆਤਮਾ ਹੈ, ਇਹ ਆਤਮਾ ਉਸ ਪਰਮ ਆਤਮਾ ਦੇ ਵਿੱਚ ਲੀਨ ਹੋ ਸਕੇ ਤਾਂ ਸਾਡਾ ਜੀਵਨ ਸਫਰ ਜਿਹੜਾ ਹੈ ਉਹ ਸਫਲ ਮੰਨਿਆ ਜਾਵੇਗਾ। ਸੋ ਆਓ ਸਾਧ ਸੰਗਤ ਜੀ ਆਪਾਂ ਸਾਰੇ ਹੀ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਇਹ ਜ਼ਰੂਰੀ ਨਹੀਂ ਸਾਧ ਸੰਗਤ ਜੋ ਕਿ ਸਾਨੂੰ ਅਮਲ ਦਾ ਨਸ਼ਾ ਹੋਵੇ ਜਾਂ ਕਿਸੇ ਨੂੰ ਸ਼ਰਾਬ ਦਾ ਵੀ ਨਸ਼ਾ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ। ਇਸ ਪਾਵਨ ਮੁਖਵਾਕ ਦੇ ਵਿੱਚ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੰਸਾਰਕ ਜੀਵਾਂ ਨੂੰ ਅਨੇਕਾਂ ਹੀ ਤਰ੍ਹਾਂ ਦੇ ਨਸ਼ੇ ਚਿੰਬੜੇ ਹੋਏ ਹਨ। ਉਹ ਭਾਵੇਂ ਨਸ਼ਾ ਹੋਵੇ
ਉਹ ਭਾਵੇਂ ਰਾਜ ਦਾ ਨਸ਼ਾ ਹੋਵੇ, ਉਹ ਭਾਵੇਂ ਮਾਣ ਦਾ ਹੋਵੇ, ਅਹੰਕਾਰ ਦਾ ਹੋਵੇ, ਇਹ ਸਾਰੇ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਭਲਿਆ ਇਹ ਤੈਨੂੰ ਰੱਬ ਤੋਂ ਦੂਰ ਕਰਨ ਵਾਲੇ ਹਨ। ਸੋ ਇੱਕ ਵਾਰੀ ਕਰੀਏ ਜੀ ਰਸਨਾ ਨੂੰ ਪਵਿੱਤਰ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਪਾਵਨ ਬਚਨ ਰਾਗ ਸੋਰਠ ਦੇ ਵਿੱਚ ਉਚਾਰਨ ਕੀਤੇ ਗਏ ਸਤਿਗੁਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ, ਜੋ ਸਾਨੂੰ ਸੰਸਾਰ ਦੇ ਵਿੱਚ ਇਹ ਦੱਸ ਰਹੇ ਹਨ ਕਿ ਇਨਸਾਨ ਨੂੰ ਕਿਸ ਕਿਸ ਨਸ਼ੇ ਨੇ ਜਕੜ ਰੱਖਿਆ ਹੈ, ਆਪਣੀ ਪਕੜ ਵਿੱਚ ਬਣਾ ਕੇ ਰੱਖਿਆ ਹੋਇਆ ਹੈ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਬਮਾਨੀ, ਲੋਭਨ ਸਿਉ ਲੋਭੀ ਲੋਭਾਇਓ, ਤਿਉ ਹਾਰ ਰੰਗ ਰਚੇ ਗਿਆਨੀ। ਪਾਤਸ਼ਾਹ ਜੀ ਦੇ ਪਾਵਨ ਬਚਨ ਹਨ। ਰਾਜਨ ਮੈਂ ਰਾਜਾ ਉਰਜਾਇਓ, ਮਾਨਨ ਮੈਂ ਅਭਿਮਾਨੀ। ਹੇ ਭਾਈ, ਜਿਵੇਂ ਰਾਜੇ ਦੇ ਕੰਮਾਂ ਵਿੱਚ ਰਾਜਾ ਮਗਨ ਰਹਿੰਦਾ ਹੈ, ਰਾਜ ਦੇ ਕੰਮਾਂ ਦੇ ਵਿੱਚ ਉਹ ਰਾਜਾ ਹਰ ਵੇਲੇ ਮਗਨ ਰਹਿੰਦਾ ਹੈ, ਤਿਵੇਂ ਮਾਣ ਵਧਾਉਣ ਵਾਲੇ ਕੰਮਾਂ ਵਿੱਚ ਉਹ ਆਦਰ ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ। ਜਿਵੇਂ ਲਾਲਚੀ ਮਨੁੱਖ ਲਾਲਚ ਵਧਣ ਵਾਲੇ ਆਹਾਰ ਵਿੱਚ ਫਸਿਆ ਰਹਿੰਦਾ ਹੈ, ਤਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਹੀ ਮਸਤ ਰਹਿੰਦਾ ਹੈ ਤੇ ਉਹ ਮਾਲਕ ਦੇ ਗੁਣ ਗਾਉਂਦਾ ਹੈ ਤੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਸੋ ਇਵੇਂ ਹੀ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਰਾਜਨ ਮੈਂ ਰਾਜਾ ਉਰਜਾਇਓ, ਮਾਨਨ ਮੈਂ ਅਭਿਮਾਨੀ, ਲੋਭਨ ਸਿਉ ਲੋਭੀ ਲੋਭਾਇਓ, ਹਰ ਰੰਗ ਤਿਉ ਹਰ ਰੰਗ ਰਚੇ ਗਿਆਨੀ। ਭਾਈ, ਜਿਵੇਂ ਰਾਜਾ ਆਪਣੇ ਰਾਜ ਕੰਮਾਂ ਦੇ ਵਿੱਚ ਉਲਝਿਆ ਰਹਿੰਦਾ ਹੈ, ਉਹ ਆਪਣੇ ਮਾਣ ਤੇ ਸਨਮਾਨ ਦੇ ਲਈ ਉਲਝਿਆ ਰਹਿੰਦਾ ਹੈ, ਤਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਜਿਹੜੀ ਰਸਨਾ ਹੈ ਇਸ ਨੂੰ ਵੀ ਭਾਂਤ ਭਾਂਤ ਦੇ ਭੋਜਨ ਭਾਵ ਲੋਭਨ ਮੈਂ ਲੋਭੀ ਲੁਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਭਾਵ ਜਿਵੇਂ ਉਹ ਲੋਭੀ ਇਨਸਾਨ, ਲਾਲਚੀ ਇਨਸਾਨ ਸਵਾਦਾਂ ਦੇ ਮਗਰ ਕਹਿ ਲਈਏ, ਸੰਸਾਰ ਦੇ ਸੁੱਖ ਸਾਧਨਾ ਦੇ ਮਗਰ ਕਹਿ ਲਈਏ, ਉਹ ਹਮੇਸ਼ਾ ਹੀ ਜੇ 1000 ਹੈ ਤੇ ਉਸ ਨੂੰ ਲੱਖ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੱਖ ਹੈ ਤੇ ਕਰੋੜ ਪਾਉਣ ਦੀ ਲਾਲਸਾ ਰੱਖਦਾ ਹੈ। ਤਿਵੇਂ ਹੀ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਭਾਈ ਜਿਹੜੇ ਹਰੀ ਦੇ ਭਗਤ ਹਨ, ਜਿਹੜੇ ਸੰਤ ਜਨ ਹਨ, ਜਿਹੜੇ ਗਿਆਨਵਾਨ ਹਨ, ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਹਰੀ ਦੇ ਰੰਗਾਂ ਦੇ ਵਿੱਚ ਹੀ ਰਹਿ ਕੇ ਸੰਸਾਰ ਤੋਂ ਅਸੀਂ ਸੁਖ ਪਾ ਸਕਦੇ ਹਾਂ, ਹਰੀ ਦੀ ਵਡਿਆਈ ਕਰਕੇ, ਹਰੀ ਦਾ ਸਿਮਰਨ ਕਰਕੇ, ਪਰਮਾਤਮਾ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਹੀ ਸਾਡਾ ਸੰਸਾਰ ਵਿੱਚ ਆਇਆ ਸਫਲ ਹੋ ਸਕਦਾ ਹੈ, ਨਹੀਂ ਤੇ ਹੋਰ ਕੋਈ ਸਾਧਨ ਨਹੀਂ। ਉਹਨਾਂ ਨੂੰ ਇਹ ਸਮਾਂ ਰਹਿੰਦਿਆਂ ਸਮਝ ਆ ਜਾਂਦੀ ਹੈ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੇ। ਪਾਵਨ ਮੁਖ ਵਾਕ ਦੀਆਂ ਇਹ ਬੰਦ ਦੀਆਂ ਭਾਵ ਰਾਹੋ ਦੀਆਂ ਤੁਕਾਂ ਹਨ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੇ। ਪਰਮਾਤਮਾ ਦੇ ਭਗਤਾਂ ਨੂੰ ਇਹੋ ਕਾਰ ਚੰਗੀ ਲੱਗਦੀ ਹੈ। ਪਰਮਾਤਮਾ ਭਾਵ ਜਿਹੜੇ ਭਗਤ ਪਰਮਾਤਮਾ ਨੂੰ ਅੰਗ ਸੰਗ ਵੇਖ ਕੇ ਤੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ, ਉਹੀਓ ਮਾਲਕ ਗੁਰੂ ਦੀਆਂ ਵਡਿਆਈਆਂ ਕਰਦਾ ਹੈ ਤੇ ਗੁਰੂ ਦੀ ਪ੍ਰਸੰਨਤਾ ਵੀ ਹਾਸਲ ਕਰ ਲੈਂਦਾ ਹੈ। ਰਹਾਓ ਅਮਲਨ ਸਿਉ ਅਮਲੀ ਲਪਟਾਇਓ,
ਭੂਮਨ ਭੂਮ ਪਿਆਰੀ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਇੱਥੇ ਪਾਤਸ਼ਾਹ ਜੀ ਅਮਲ ਦੀ ਗੱਲ ਕਰ ਰਹੇ ਹਨ। ਅਮਲਨ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਭਾਈ ਜਿਵੇਂ ਸਤਿਗੁਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਹੇ ਭਾਈ ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚਿੰਬੜਿਆ ਰਹਿੰਦਾ ਹੈ। ਜਿਸ ਨੂੰ ਅਮਲ ਲੱਗ ਜਾਵੇ, ਜੇ ਉਸ ਨੂੰ ਇੱਕ ਟਾਈਮ ਅਮਲ ਨਾ ਮਿਲੇ ਤੇ ਉਹ ਕਮਲਾ ਝੱਲਾ ਹੋਇਆ ਫਿਰਦਾ ਹੈ। ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚਿੰਬੜਿਆ ਰਹਿੰਦਾ ਹੈ। ਅਤੇ ਇਸੇ ਤਰ੍ਹਾਂ ਹੀ ਜਿਸ ਨੂੰ ਜ਼ਮੀਨ ਦੇ ਨਾਲ, ਭੂਮੀ ਦੇ ਨਾਲ ਪਿਆਰ ਹੈ, ਜਿਵੇਂ ਸਾਧ ਸੰਗਤ ਜੋ ਕਈ ਲੋਕੀ ਆਖਦੇ ਨੇ ਮੇਰੇ ਕੋਲ ਇੰਨੇ ਏਕੜ ਹੈ, ਇੰਨੇ ਕਿੱਲੇ ਹੈ, ਲੇਕਿਨ ਸਾਧ ਸੰਗਤ ਜੋ ਉਹ ਉਸ ਦੇ ਵਿੱਚ ਹੀ ਮਾਣ ਅਹੰਕਾਰ ਸਮਝਦੇ ਹਨ ਤੇ ਹੋਰ ਕਰਦੇ ਰਹਿੰਦੇ ਹਨ। ਜੇ ਥੋੜੀ ਹੈ ਤੇ ਉਸ ਨੂੰ ਹੋਰ ਵਧਾਉਣ ਦੀ ਕੋਸ਼ਿਸ਼ਾਂ ਵਿੱਚ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ। ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ। ਜਿਵੇਂ ਛੋਟੇ ਬੱਚੇ ਨੂੰ ਮਾਂ ਦਾ ਦੁੱਧ ਚੰਗਾ ਲੱਗਦਾ ਹੈ, ਭਾਵ ਦੁੱਧ ਨਾਲ ਉਹ ਪਰਚਿਆ ਰਹਿੰਦਾ ਹੈ, ਤਿਵੇਂ ਹੀ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ਤੇ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਦੇ ਹਨ, ਪਰਮਾਤਮਾ ਦੀ ਖੁਸ਼ੀ ਦੇ ਉਹ ਪਾਤਰ ਬਣਦੇ ਹਨ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੇ। ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵੇ। ਇੱਥੇ ਵੀ ਗੁਰੂ ਪਾਤਸ਼ਾਹ ਜੀ ਬੜਾ ਸੁੰਦਰ ਫਰਮਾਨ ਕਰਦੇ ਨੇ, ਹੇ ਭਾਈ ਜਿਵੇਂ ਕੋਈ ਵਿਦਵਾਨ ਗਿਆਨਵਾਨ ਮਨੁੱਖ ਵਿਦਿਆ ਪੜ੍ਹਨ ਵਾਲਾ, ਉਹ ਵਿਦਿਆ ਨੂੰ ਪੜ੍ਹ ਕੇ ਉਸ ਦੇ ਵਿੱਚ ਹੀ ਖੁਸ਼ ਰਹਿੰਦਾ ਹੈ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਸੇ ਤਰ੍ਹਾਂ ਹੀ ਜਿਹੜੇ ਸੰਸਾਰਿਕ ਪਦਾਰਥ ਹਨ, ਸਾਡੀਆਂ ਜਿਹੜੀਆਂ ਅੱਖਾਂ ਹਨ, ਇਹਨਾਂ ਪਦਾਰਥਾਂ ਨੂੰ ਵੇਖ ਵੇਖ ਕੇ ਸੁੱਖ ਹੀ ਮਾਣਦੀਆਂ ਹਨ। ਹੇ ਭਾਈ ਜਿਵੇਂ ਜੀਵ ਸਵਾਦਲੇ ਪਦਾਰਥਾਂ ਦੇ ਸਵਾਦ ਚਖਣ ਵਿੱਚ ਖੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ। ਇਸੇ ਰਸਨਾ ਤੋਂ ਉਹ ਮਾਲਕ ਦੀ ਵਡਿਆਈ ਕਰਦੇ ਹਨ, ਉਹ ਮਾਲਕ ਦੀ ਮਹਿਮਾ ਗਾਉਂਦੇ ਹਨ। ਜਿਸ ਤਰ੍ਹਾਂ ਅਸੀਂ ਕਲਯੁਗੀ ਜੀਵ ਚੰਗੇ ਚੰਗੇ ਪਦਾਰਥਾਂ ਮਗਰ ਹੀ ਆਪਣੀ ਰਸਨਾ ਨੂੰ, ਉਹਨਾਂ ਦਾ ਰਸ ਹੀ ਮਾਣਦੇ ਰਹਿੰਦੇ ਹਨ ਪਦਾਰਥਾਂ ਦਾ, ਕਿਉਂਕਿ ਸਾਧ ਸੰਗ ਜੋ ਇਹ ਜਿਹੜੇ ਰਸ ਹਨ ਇਹ ਕੁਝ ਸਮਾਂ ਦਾ ਹੈ। ਇਹ ਰਸਨਾ ਤੂੰ ਅਨਰਸ ਰਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪੀਏ ਪੱਲੇ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੋਹੜ ਨਾ ਤ੍ਰਿਸ਼ਨਾ ਲਾਗੇ ਆਏ। ਆਨੰਦ ਸਾਹਿਬ ਜੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਪਾਵਨ ਪੌੜੀ ਸਮਝਾਉਂਦੀ ਹੈ, ਇਹ ਜਿਹੜੇ ਦੁਨੀਆਵੀ ਰਸ ਹਨ ਜਿਨ੍ਹਾਂ ਨੂੰ ਤੂੰ ਰਸਨਾ ਮਾਣ ਕੇ ਸੁਖ ਮਾਣਦੀ ਹੈ, ਲੇਕਿਨ ਇਹ ਰਸ ਤੇਰੇ ਕਿਸੇ ਕੰਮ ਨਹੀਂ ਆਉਣੇ। ਰਸ ਤੇ ਉਹ ਕੰਮ ਆਉਣਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜਿੰਨੇ ਮਰਜੀ ਤੂੰ ਪਦਾਰਥ ਚੰਗੇ ਤੋਂ ਚੰਗਾ ਖਾ ਲੈ, ਆਖਿਰ ਉਸਨੇ ਗੰਧ ਹੀ ਬਣਨਾ ਹੈ, ਲੇਕਿਨ ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤਿਕਰ ਤੇਰੀ ਰਸਨਾ ਹਰੀ ਦੇ ਨਾਮ ਦਾ ਰਸ ਨਹੀਂ ਮਾਣਦੀ, ਉਦੋਂ ਤਿਕਰ ਇਹ ਤੇਰੀ ਰਸਨਾ ਦੀ ਪਿਆਸ ਕਦੇ ਖਤਮ ਨਹੀਂ ਹੋ ਸਕਦੀ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਹੜੇ ਭਗਤ ਸੰਤ ਜਨ ਉਹ ਹਰੀ ਦੇ ਪਿਆਰੇ ਜਨ, ਸਾਧ ਸੰਗਤ ਦੇ ਵਿੱਚ ਬਹਿ ਕੇ ਕੀਰਤਨ ਗਾ ਤੇ ਸੁਣ ਕੇ ਇਸ ਰਸਨਾ ਤੋਂ ਆਨੰਦ ਮਾਣਦੇ ਹਨ। ਤਿਵੇਂ ਹੀ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਭਾਈ
ये तेरा जीवन सफल हो रहा है। जैसी भूख तैसी का पूरक, सगल घटां का स्वामी। नानक प्यास लगी दर्शन की, प्रभ मिलया अंतर जामी। पातशाह जी ने बड़े सोहने बचन, दर्शन प्यासी दिन सरात, चित बहु अन दिन नीत, खोल कपट गुर मेलिया, नानक हर संग मीत। दर्शन देख जीवा गुर तेरा, पूरन कर्म होए प्रभ मेरा। एह बिनंती सुन प्रभ मेरे, देह नाम कर अपने चेहरे। लास्ट पंक्ति दे विच गुरु पातशाह जी फरमान करदे ने, जैसी भूख तैसी का पूरक, सगल घटां का स्वामी। नानक प्यास लगी दर्शन की, प्रभ मिलया अंतर जामी। हे भाई, सारा संसार उस मालिक की शोभा करता है। सारे शरीरां दा मालिक प्रभु जे हो जी किसे जीव की लालसा होवे, ओहो जी ही उसकी पूरी करन वाला है। क्योंकि वो आप अंतरजामी है, वो घट घट दे विच रमिया होया है। असी जीव उस मालिक दे दर ते ही आके अरदास बेनती करते हैं, तो वो मालिक सारियां दी लालसा भी पूरी करता है। वो परमात्मा आप सारियां दी लालसा पूरी करता है। तिवें ही गुरु अर्जन देव जी महाराज फरमान करते हैं, हे पातशाह जी, तुसी मेरे ते कृपा कीती, मेरी लालसा सी दर्शन दी, ते तुसी मैनू परमात्मा दा दर्शन दी प्यास जिहड़ी मैनू लगदी सी, वो मेरी प्यास दर्शन पा के आप जी ने तृप्त कर दी है। साध संगत जीओ, जिवें गुरु पातशाह गुरु अर्जन देव जी महाराज सानू समझा रहे हैं कि हे भाई, तेरे अंदर दी जिहड़ी प्यास है ना, वो दुनियावी प्यास है। लेकिन जेड़े परमात्मा दे भगत, जेड़े परमात्मा दे संत जन, सतसंगी जन हैं, उन्होंने परमात्मा दा दर्शना दी प्यास होंदी है। जिमें दर्शन देख जीवा गुर तेरा, पूर्ण कर्म होवे प्रभ मेरा। हे मालिक जी, तुसी मैनू दर्शन दिता, ते मेरा जेड़ा कर्म सी ना, वो मेरा कर्म भी चंगा हो गया। परमात्मा दे दर्शना दी प्यास लगदी है उस मनुख नू दिल दी, वो परमात्मा जानन वाला परमात्मा आप आ मिलदा है, जिस दे अंदर दर्शना दी तांग होवे, जिस दे अंदर प्रभु नू मिलन दी तांग होवे। ते साध संगत जी, ओ मेरा मालिक आप उस ते तुठदा है, आप मेहर करदा है, आप उस दी इस लालसा नू खत्म कर दिंदा है। सो साध संगत जी, आप जी वड्डे भागां वाले हो। आप जी ने इन्हां पावन वचनां नू सरवण करके अपने जीवन सफल कीते हैं। अज दे पावन मुखवाग दी विचार नाल सांझ करके सतगुर पातशाह जी किरपा करन, साडे ते मेहर करन, साडे ते बख्शिश करन कि साडे मनां नू भी, साडे हिरदे रूपी घर दे विच भी नाम बाणी नाल प्यार बन आवे, ते उस मालिक दा दर्शन करन दी अंदर लालसा पैदा हो जावे, जिस लालसा करके वो मेरा मालिक सानू दर्शन बख्शे, ते साडा ये संसार विच आया सब जीवन सफला हो सके। सो साध संगत जी, बाणी गुरु दी है, भुल्लां दास दियां हन। बाणी आप जी पल्ले बन लियो, भुल्लां दास दियां झोली पा दिओ। दास नाल कोई भी माई भाई कोई सुझाव साझे करना चाहुंदा होवे तां ये दास दा इंडिया दा नंबर है जी 8750 10 63 75। कोई भी सुझाव होवे आप जी दास नाल सांझ कर सकते हो, ਜਾਂ फिर चकदे टीवी की वैबसाइट पर भी आप जी अपने सुझाव दे सकते हो, ताकि गुरु पातशाह जी दास ते होर बख्शिश रहमत करन, ताकि आप समूह साध संगत की सेवा इस तरह ही तन मन दे नाल दास कर सके जी। सो बुलाइए फतेह, करिए रसना नू पवित्र। वाहिगुरू जी का खालसा, वाहिगुरू जी की फतेह।